ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਅੱਜ ਮੇਰੇ ਨਾਲ ਅਹਿਮ ਸ਼ਖਸੀਅਤ ਕਈ ਅਹਿਮ ਮਸਲਿਆਂ ਤੇ ਗੱਲਬਾਤ ਕਰਨ ਦੇ ਲਈ ਤਰਸੇਮ ਜੀ ਹਾਜ਼ਰ ਨੇ। ਤਰਸੇਮ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਲੋਕਰਾਣਾ ਤੇ। ਜੀ ਦੋਸਤੋ, ਗੱਲਬਾਤ ਦਾ ਵਿਸ਼ਾ ਰਹੂਗੀ ਪੋਲਿਟਿਕਸ, ਪੰਜਾਬ ਪੋਲਿਟਿਕਸ, ਇੰਡੀਅਨ ਪੋਲਿਟਿਕਸ। ਸਰਮਾਏਦਾਰ ਜੋ ਸਾਡੇ ਸਿਸਟਮ ਨੂੰ ਕੰਟਰੋਲ ਕਰ ਰਹੇ ਨੇ। ਸਿਹਤ, ਐਜੂਕੇਸ਼ਨ ਦਾ ਪੱਧਰ ਉਸ ਲੈਵਲ ਦਾ ਕਿਉਂ ਨਹੀਂ ਹੋ ਪਾਇਆ ਜਿਸ ਲੈਵਲ ਦੀ ਸਾਨੂੰ ਲੋੜ ਸੀ। ਆਖਰ ਸਰਮਾਏਦਾਰ ਦਿਨ ਬ ਦਿਨ ਅਮੀਰ ਹੁੰਦੇ ਚਲੇ ਗਏ। ਜੋ ਸਾਡੇ ਆਮ ਲੋਕ ਨੇ, ਕਿਰਤੀ ਕਾਮੇ ਨੇ, ਜੋ ਇੱਕ ਤਬਦੀਲੀ ਮਹਿਸੂਸ ਕਰਦੇ ਨੇ ਪੋਲੀਟੀਕਲ ਸਮਾਜਿਕ ਸਿਸਟਮ ਦੇ ਵਿੱਚ, ਉਹ ਤਬਦੀਲੀ ਹੋ ਕਿਉਂ ਨਾ ਪਾਈ ਕਿਉਂਕਿ ਜੋ ਸਾਡਾ ਸਮਾਜਿਕ ਤਾਣਾ ਬਾਣਾ, ਇਸ ਨੂੰ ਕੰਟਰੋਲ ਕਰਨ ਵਾਲੇ ਜਾਂ ਤਾਂ ਰਾਜਨੀਤਿਕ ਬੰਦੇ ਨੇ ਜਾਂ ਫਿਰ ਸਰਮਾਏਦਾਰ ਨੇ ਜੋ ਸਭ ਕਾਸੇ ਨੂੰ ਕੰਟਰੋਲ ਕਰ ਰਹੇ ਨੇ। ਇਸੇ ਮਸਲੇ 'ਤੇ ਗੱਲਬਾਤ ਕਰਾਂਗੇ ਤੇ ਕਈ ਅਹਿਮ ਨੁਕਤੇ ਤੁਹਾਨੂੰ ਸਰਲ ਤੇ ਸੌਖੀ ਭਾਸ਼ਾ ਦੇ ਵਿੱਚ ਸਮਝਣ ਨੂੰ ਵੀ ਮਿਲਣਗੇ ਕਿ ਸਰਮਾਏਦਾਰ ਅਮੀਰ ਕਿਉਂ ਹੁੰਦੇ ਚਲੇ ਗਏ ਤੇ ਗਰੀਬ ਬੰਦਾ ਹੁਣ ਖੁਦਕੁਸ਼ੀਆਂ ਦੇ ਰਾਹ ਆਖਰ ਕਿਉਂ ਪੈ ਗਿਆ। ਇਸ ਮਸਲੇ ਤੇ ਤਰਸੇਮ ਜੀ ਨਾਲ ਗੱਲਬਾਤ ਕਰਾਂਗੇ। ਤਰਸੇਮ ਜੀ, ਦੇਖੋ, ਅਸਲ 'ਚ ਚੋਣਾਂ ਤੋਂ ਵੇਲੇ ਲੋਕਾਂ ਨੂੰ ਆਪਣੇ ਜਿਹੜੇ ਅਸਲ ਮੁੱਦੇ ਹੈ ਉਹ ਉਭਾਰਨ ਦਾ ਮੌਕਾ ਮਿਲਦਾ ਹੈਗਾ, ਪਰ ਅਸਲ 'ਚ ਜਿਹੜੀਆਂ ਚੋਣਾਂ ਦੇ ਵਿੱਚ ਭਾਗ ਲੈ ਰਹੀਆਂ ਪਾਰਟੀਆਂ ਹੈਗੀਆਂ ਉਹ ਲੋਕਾਂ ਦੇ ਉਹਨਾਂ ਮੁੱਦਿਆਂ ਨੂੰ ਅੱਖੋਂ ਪਰੋਖੇ ਕਰਕੇ ਆਪਣੇ ਮੁੱਦੇ ਆ ਜਿਹੜੇ ਉਹ ਲੋਕਾਂ ਦੇ ਉੱਤੇ ਲੱਦਣ ਦੀ ਕੋਸ਼ਿਸ਼ ਕਰਦੇ ਆ। ਅਸਲ 'ਚ ਜੇ ਦੇਖਿਆ ਜਾਵੇ ਤਾਂ ਅੱਜ ਲੋਕਾਂ ਦੇ ਮੁੱਖ ਮੁੱਦੇ ਆ ਜਿਹੜੇ ਉਹ ਬੇਰੁਜ਼ਗਾਰੀ, ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਵਿੱਚ ਭੁੱਖਮਰੀ ਵਾਲੀ ਹਾਲਤ ਬਣੀ ਹੋਈ ਹੈ ਤੇ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਕੱਚੇ ਘਰਾਂ ਦੇ ਵਿੱਚ ਤੇ ਬਹੁਤ ਹੀ ਇਹੋ ਜਿਹੀਆਂ ਹਾਲਤਾਂ ਦੇ ਵਿੱਚ ਰਹਿੰਦੇ ਹੈਗੇ ਕਿ ਅਸਲ 'ਚ ਜਾਨਵਰ ਵੀ ਉੱਥੇ ਰਹਿਣਾ ਪਸੰਦ ਨਹੀਂ ਕਰਨਗੇ। ਇਹੋ ਜਿਹੀਆਂ ਹਾਲਤਾਂ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਹੈ। ਸਰਕਾਰਾਂ ਨੇ ਹੁਣ ਇੱਕ ਨਵੀਂ ਨੀਤੀ ਲੱਭੀ ਹੈ ਕਿ ਅਸਲ 'ਚ ਲੋਕਾਂ ਨੂੰ ਥੋੜ੍ਹਾ ਕੁਛ, ਜਿਵੇਂ ਕੁਛ ਅਨਾਜ, ਕੁਛ ਦਾਲਾਂ ਉਹ ਦੇ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹੈ। ਮੈਨੂੰ ਲੱਗਦਾ ਹੈ ਵੀ ਕਿ ਅਸਲ 'ਚ ਚੋਣ ਕਮਿਸ਼ਨ ਨੂੰ ਇਸ ਗੱਲ ਵਾਸਤੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਅਸਲ 'ਚ ਅਜਿਹਾ ਕੁਛ ਖਾਸ ਤੌਰ 'ਤੇ ਚੋਣਾਂ ਵੇਲੇ ਲੋਕਾਂ ਨੂੰ ਦੇਣਾ ਤੇ ਖਾਸ ਤੌਰ 'ਤੇ ਪੈਸੇ ਸਿੱਧੇ ਰੂਪ ਦੇ ਵਿੱਚ ਲੋਕਾਂ ਦੇ ਖਾਤਿਆਂ ਵਿੱਚ ਪਹੁੰਚਾਉਣੇ, ਇਹ ਵੀ ਇੱਕ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੀ ਹੈ। ਅਸਲ 'ਚ ਲੋਕਾਂ ਨੂੰ ਕਮਾਉਣ ਯੋਗ ਕਰਨਾ, ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਨੇ, ਉਹ ਜਿੰਨਾ ਚਿਰ ਕੋਈ ਬਦਲਵਾਂ ਆਰਥਿਕ ਮਾਡਲ ਹੈ ਜਿਹੜੀਆਂ ਉਹ ਸਿਆਸੀ ਪਾਰਟੀਆਂ ਨਹੀਂ ਲੈ ਕੇ ਆਉਣਗੀਆਂ ਉਹਨਾਂ ਚਿਰ ਲੋਕਾਂ ਦੇ ਮੁੱਦਿਆਂ ਦਾ ਕੋਈ ਹੱਲ ਨਹੀਂ ਹੋਣਾ। ਕੀ ਪੰਜਾਬ ਦੀ ਇਹ ਤਰਾਸਦੀ ਨਹੀਂ ਹੈਗੀ? ਜੋ ਤੁਸੀਂ ਭ੍ਰਿਸ਼ਟਾਚਾਰ ਦੀ ਗੱਲਬਾਤ ਕੀਤੀ ਕਿ ਕੋਈ ਇਸ ਤਰਾਸਦੀ ਵੱਲ ਦੇਖਣ ਦੀ ਜ਼ਰੂਰਤ ਵੀ ਨਹੀਂ ਕਰਦਾ ਹੈਗਾ। ਅਸਲ ਜੋ ਠੋਸ ਨੇ ਜੋ ਗੱਲਾਂ ਤੁਸੀਂ ਵੀ ਕਹੀਆਂ ਨੇ ਕਿ ਭ੍ਰਿਸ਼ਟਾਚਾਰ ਹੋ ਗਿਆ, ਖਾਤਿਆਂ ਦੇ ਵਿੱਚ ਸਿੱਧੇ ਪੈਸੇ ਪਾਏ ਜਾ ਰਹੇ ਨੇ, ਅਲੱਗ-ਅਲੱਗ ਕਹਿ ਸਕਦੇ ਹਾਂ ਕਿ ਆਪਾਂ ਭਰਮਾਂ ਦੇ ਨਾਲ ਭਰਮਾਇਆ ਜਾਂਦਾ ਲੋਕਾਂ ਨੂੰ। ਸਾਡੇ ਤਾਂ ਤਰਾਸਦੀ ਹੈ ਨਾ ਕਿ ਮੁੱਦੇ ਦੀ ਗੱਲ ਛੱਡ ਕੇ ਅਸੀਂ ਚੀਜ਼ਾਂ ਦੁਆਲੇ ਹੋ ਗਏ। ਬਿਲਕੁਲ, ਅਸਲ ਜੇ ਦੇਖਿਆ ਜਾਵੇ ਪਿਛਲੇ ਖਾਸ ਤੌਰ 'ਤੇ 30 ਸਾਲਾਂ ਤੋਂ ਜਿਸ ਕਿਸਮ ਦਾ ਆਰਥਿਕ ਮਾਡਲ ਪੂਰੇ ਭਾਰਤ ਦੇ ਵਿੱਚ ਹੀ ਤੇ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਲੈ ਕੇ ਆਂਦਾ ਗਿਆ ਹੈਗਾ, ਉਹਦੇ 'ਚੋਂ ਲੋਕਾਂ ਨੂੰ ਜਿਹੜੀ ਸਿੱਖਿਆ ਹੈਗੀ ਉਹ ਮੁਫਤ ਜਾਂ ਮਿਆਰੀ ਸਿੱਖਿਆ ਦੇਣ ਦੀ ਗੱਲ ਤਾਂ ਦੂਰ ਦੀ ਰਹੀ। ਅਸਲ 'ਚ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਇੰਨੀ ਮਹਿੰਗੀ ਕਰਤੀ ਕਿ ਉਹ ਸਿੱਖਿਆ ਗ੍ਰਹਿਣ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਹੈਗੇ, ਜਾਂ ਜਿੰਨੀ ਕੁ ਵੀ ਸਿੱਖਿਆ ਉਹਨਾਂ ਨੂੰ ਗ੍ਰਹਿਣ ਵੀ ਹੁੰਦੀ ਹੈ ਜਾਂ ਜਿੰਨੀ ਵੀ ਸਿੱਖਿਆ ਪ੍ਰਾਪਤ ਹੁੰਦੀ ਹੈ ਉਹ ਵੀ ਇੱਕ ਮਹਿਜ਼ ਸਰਟੀਫਿਕੇਟ ਹੋ ਗਈ। ਉਹਨਾਂ ਦੇ ਅਸਲ ਦਿਮਾਗਾਂ ਦੇ ਵਿੱਚ ਜਿਹੜਾ ਕੋਈ ਇੱਕ ਇਸ ਕਿਸਮ ਦਾ ਸਵੈਮਾਨ ਪੈਦਾ ਕਰਨਾ ਸੀ, ਇਸ ਕਿਸਮ ਦੀ ਇੱਕ ਭਾਵਨਾ ਪੈਦਾ ਕਰਨੀ ਸੀ ਕਿ ਅਸਲ 'ਚ ਉਹ ਕੁਛ ਕਰਨ ਦੇ ਯੋਗ ਹੈਗੇ, ਉਹ ਚੀਜ਼ ਪੂਰੀ ਤਰ੍ਹਾਂ ਅਲੋਪ ਹੈਗੀ। ਇਹ ਵੀ ਗੱਲ ਹੈ ਕਿ ਅਸਲ ਐਜੂਕੇਸ਼ਨ ਵੱਲੋਂ ਤੋੜਿਆ ਗਿਆ। ਬਿਲਕੁਲ, ਅਸਲ ਐਜੂਕੇਸ਼ਨ ਆ ਜਿਹੜਾ ਡਿਜੀਟਲਾਈਜੇਸ਼ਨ ਵਾਲਾ ਹੈਗਾ, ਡਿਜੀਟਲਾਈਜੇਸ਼ਨ ਰਾਹੀਂ ਤਾਂ ਲੋਕਾਂ ਨੂੰ ਉੱਤੇ ਇੱਕ ਤਰ੍ਹਾਂ ਨਾਲ ਬੱਚਿਆਂ ਦੇ ਉੱਤੇ ਦੂਰੀ ਮਾਰ ਹੈ। ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕੁਛ ਸਿਖਾਇਆ ਨਹੀਂ ਜਾ ਰਿਹਾ। ਆਪਸ ਵਿੱਚ ਜਿਹੜਾ ਬੱਚਿਆਂ ਦਾ ਇੰਟਰੈਕਸ਼ਨ ਹੈ ਉਹਨਾਂ ਨੂੰ ਮਿਲਣ ਜੁਲਣ ਤੋਂ ਵਾਂਝੇ ਕਰਤਾ ਤੇ ਦੂਸਰੇ ਤਰ੍ਹਾਂ ਨਾਲ ਅਧਿਆਪਕ ਦਾ ਜਿਹੜਾ ਬੱਚਿਆਂ ਦੇ ਅੰਦਰ ਝਾਕ ਕੇ ਦੇਖਣ ਵਾਲੀ ਗੱਲ ਸੀ ਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕੋਈ ਸਹੀ ਸੇਧ ਦੇਣ ਵਾਲੀ ਗੱਲ ਸੀ, ਉਹ ਪੂਰੀ ਤਰ੍ਹਾਂ ਨਾਲ ਅਲੋਪ ਹੈ ਤੇ ਬੱਚਿਆਂ ਨੂੰ ਇੱਕ ਤਰ੍ਹਾਂ ਨਾਲ ਮਾਨਸਿਕ ਰੋਗੀ ਬਣਾਇਆ ਜਾ ਰਿਹਾ ਹੈ। ਜੋ ਸਾਡੀ ਐਜੂਕੇਸ਼ਨ ਦਾ ਇਹ ਮਾਡਲ ਹੈ, ਤੁਸੀਂ ਆਰਥਿਕ ਮਾਡਲ ਦੀ ਗੱਲਬਾਤ ਕੀਤੀ, ਜਦੋਂ ਸਾਡੇ ਐਜੂਕੇਸ਼ਨ ਦਾ ਮਾਡਲ ਹੀ ਨਹੀਂ ਬਦਲਿਆ ਗਿਆ ਤਾਂ ਫਿਰ ਆਰਥਿਕ ਮਾਡਲ ਕਿਵੇਂ ਬਦਲਿਆ ਜਾਊਗਾ? ਅਸਲ 'ਚ ਅੰਬੇਦਕਰ ਨੇ ਇਹ ਗੱਲ ਕਹੀ ਸੀ ਕਿ ਜੇ ਕਿਸੇ ਕੌਮ ਨੂੰ ਤੁਸੀਂ ਆਜ਼ਾਦ ਕਰਨਾ ਹੈ ਜਾਂ ਉਹਨੂੰ ਵੱਧਦਾ ਫੁੱਲਦਾ ਦੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਐਜੂਕੇਟ ਕਰੋ। ਐਜੂਕੇਟ, ਐਜੀਟੇਟ, ਆਰਗੇਨਾਈਜ਼।
ਅੰਬੇਦਕਰ ਨੇ ਤਿੰਨੇ ਗੱਲਾਂ ਕਹੀਆਂ ਸੀਗੀਆਂ। ਅਸਲ 'ਚ ਅੱਜ ਸਰਕਾਰਾਂ ਨੇ ਅਸਲ 'ਚ ਇਹਨਾਂ ਗੱਲਾਂ ਨੂੰ ਉਲਟ ਲੈ ਲਿਆ ਕਿ ਅਸਲ 'ਚ ਜੇ ਲੋਕਾਂ ਨੂੰ ਐਜੂਕੇਟ ਕਰਤਾ ਤਾਂ ਲੋਕ ਸਾਡੇ ਤੋਂ ਸਵਾਲ ਪੁੱਛਣਗੇ। ਇਸ ਕਰਕੇ ਲੋਕਾਂ ਨੂੰ ਸਹੀ ਸਿੱਖਿਆ ਹੀ ਨਾ ਦਿਓ। ਇਸ ਕਰਕੇ ਬੱਚਿਆਂ ਨੂੰ ਮੁੱਢ ਤੋਂ ਲੈ ਕੇ ਜੇ ਅਸੀਂ ਅੱਜ ਦੇਖੀਏ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ, ਜਿਹੜਾ ਇੱਕ ਈਵਨ ਲੋਅਰ ਮਿਡਲ ਕਲਾਸ ਵਾਲਾ ਬੱਚਾ ਹੈਗਾ, ਪੇਰੈਂਟ ਹੈ, ਮਾਪਾ ਹੈਗਾ, ਉਹ ਵੀ ਆਪਣੇ ਬੱਚੇ ਨੂੰ ਕਿਸੇ ਅਜਿਹੀ ਦੁਕਾਨ ਦੇ ਵਿੱਚ ਭੇਜਦਾ ਹੈਗਾ ਜਿੱਥੇ ਉਹਦੇ ਕੋਲੇ ਪੱਲੇ ਕੁਝ ਨਹੀਂ ਹੁੰਦਾ ਹੈ, ਸਿਰਫ ਟਾਈ ਤੇ ਕੱਪੜੇ ਹੁੰਦੇ ਹੈਗੇ ਤੇ ਮਤਲਬ ਉਹਨੂੰ ਸਿੱਖਣ ਵਾਸਤੇ ਉੱਥੇ ਕੁਝ ਨਹੀਂ ਮਿਲਦਾ ਹੈ। ਇਹ ਤਾਂ ਮਾਪਿਆਂ ਦੀ ਵੀ ਇਸ ਗੱਲ ਦੇ ਵਿੱਚ ਉਹ ਫੀਲ ਕਰਦੇ ਨੇ ਕਿ ਸਾਡਾ ਬੱਚਾ ਇੱਕ ਚੰਗੇ ਸਕੂਲ ਦੇ ਵਿੱਚ ਪੜ੍ਹ ਰਿਹਾ, ਸਮਾਰਟ ਕਲਾਸ ਹੈ, ਸਮਾਰਟ ਸਕੂਲ ਜਾ ਕੇ ਉਹ ਇਹੀ ਦੇਖਦੇ ਨੇ ਕਿ ਚੰਗੇ ਬੈਂਚ ਨੇ, ਚੰਗਾ ਕਲਾਸ ਰੂਮ ਹੈ। ਉੱਥੇ ਕਿਸੇ ਜਾ ਕੇ ਇਹ ਤਾਂ ਨਹੀਂ ਪੁੱਛਿਆ ਹੈਗਾ ਅੱਜ ਤੱਕ ਕਿਸੇ ਮਾਪਿਆਂ ਨੇ ਕਿ ਜਿਹੜਾ ਟੀਚਰ ਸਾਡੇ ਬੱਚਿਆਂ ਨੂੰ ਪੜ੍ਹਾਊਗਾ ਉਹਦੀ ਕੁਆਲੀਫਿਕੇਸ਼ਨ ਕੀ ਹੈ। ਅਸਲ 'ਚ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਅਸਲ 'ਚ ਜਿਹੜੇ ਐਜੂਕੇਟਡ ਪੜ੍ਹੇ ਲਿਖੇ ਬੱਚੇ ਹੈਗੇ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀ ਦੇ ਬਹੁਤ ਕੀਮਤੀ ਵਰ੍ਹੇ ਹੈ ਜਿਹੜੇ, ਉਹ ਸਿੱਖਿਆ ਪ੍ਰਾਪਤ ਕਰਨ ਤੇ, ਸਿਖਲਾਈ ਪ੍ਰਾਪਤ ਕਰਨ ਤੇ, BEd ETT ਦੀਆਂ ਟ੍ਰੇਨਿੰਗਾਂ ਲੈਣ ਤੇ ਉਸ ਤੋਂ ਬਾਅਦ ਟੈਟ ਵਰਗੇ ਤੇ ਹੋਰ ਨੈਟ ਵਰਗੇ ਤੇ ਹੋਰ ਕਿੰਨੇ ਹੀ ਟੈਸਟ ਦੇਣ ਦੇ ਉੱਤੇ ਆਪਣਾ ਸਮਾਂ ਬਰਬਾਦ ਕਰਤਾ, ਉਹ ਤਾਂ ਇੱਥੇ ਵਿਹਲੇ ਤੁਰੇ ਫਿਰਦੇ ਹੈਗੇ। ਤੇ ਅਸਲ 'ਚ ਜਿਹੜੇ ਬਿਲਕੁਲ ਕੋਈ +2 ਪਾਸ ਹੈ, ਕੋਈ ਬਿਲਕੁਲ ਇਸ ਕਿਸਮ ਦਾ ਗੈਰ ਸਖਾਂਦਰੂ ਲੋਕ ਹੈਗੇ, ਉਹਨਾਂ ਨੂੰ 1000 ਤੋਂ ਲੈ ਕੇ 5000 10,000 ਤੱਕ ਭਰਤੀ ਕਰਕੇ ਜਿਹੜੇ ਇਹ ਮਾਡਲ ਸਕੂਲ ਹੈ, ਇਹ ਲੋਕਾਂ ਨੂੰ ਸਿੱਖਿਆ ਦੀ ਥਾਂ ਤੇ ਕਰਾਹੇ ਪਾਉਣ ਵਾਲੇ ਪਾਸੇ ਨੂੰ ਲੈ ਕੇ ਜਾ ਰਹੇ ਹੈਗੇ। ਸਰਕਾਰਾਂ ਨੂੰ ਸੂਟ ਕਰਦਾ ਇਹ ਸਰਕਾਰਾਂ ਨੂੰ ਇਹ ਸਾਰਾ ਕੁਝ ਸੂਟ ਕਰਦਾ ਹੈਗਾ। ਤੇ ਫਿਰ ਇਸ ਮਾਡਲ ਦੇ ਵਿੱਚੋਂ ਜਿਹੜਾ ਮਾਡਲ ਇੱਕ ਸਰਮਾਏਦਾਰੀ ਨੇ ਜਾਂ ਫਿਰ ਇੱਕ ਸਿਆਸਤ ਨੇ ਸਿਰਜਦਾ ਐਜੂਕੇਸ਼ਨ ਦਾ ਮਾਡਲ, ਇਹਨੂੰ ਤੋੜਿਆ ਕਿਵੇਂ ਜਾਊਗਾ? ਨਾ ਅਸਲ 'ਚ ਤੋੜਿਆ ਤਾਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਇਸ 'ਚ ਬਦਲਵਾਂ ਆਰਥਿਕ ਮਾਡਲ, ਜਦੋਂ ਮੈਂ ਬਦਲਵੇਂ ਆਰਥਿਕ ਮਾਡਲ ਦੀ ਗੱਲ ਕਰਦਾ ਹਾਂ ਤਾਂ ਬਕਾਇਦਾ ਤੌਰ ਤੇ ਸਾਰੇ ਜਿਹੜੇ ਸਕੂਲ ਹੈ ਉਹ ਸਰਕਾਰੀ ਹੋਣੇ ਚਾਹੀਦੇ ਹੈਗੇ। ਉਹਦੇ ਵਿੱਚ ਸਰਕਾਰ ਵੱਲੋਂ ਇੱਕ ਬਕਾਇਦਾ ਤੌਰ ਤੇ ਇੱਕੋ ਜਿਹੇ ਮਿਆਰ ਸਥਾਪਿਤ ਕਰਨੇ ਚਾਹੀਦੇ ਆ, ਅਧਿਆਪਕਾਂ ਦੀਆਂ ਇੱਕੋ ਜਿਹੀਆਂ ਤਨਖਾਹਾਂ, ਇੱਕੋ ਜਿਹੀਆਂ ਉਹਨਾਂ ਦੀਆਂ ਯੋਗਤਾਵਾਂ, ਤੇ ਸਾਰੇ ਬੱਚੇ ਆ ਜਿਹੜੇ ਚਪੜਾਸੀ ਤੋਂ ਲੈ ਕੇ DC ਤੱਕ। ਸਿਰਫ ਇੱਕ ਉਦਾਹਰਨ ਦੇ ਕੇ ਜੇ ਮੁਕਤਸਰ ਦਾ DC ਆਪਦੇ ਬੱਚੇ ਨੂੰ ਸਰਕਾਰੀ ਸਕੂਲ 'ਚ ਦਾਖਲ ਕਰਾ ਦਿੰਦਾ, ਚੰਗੀ ਗੱਲ ਹੈ, ਵਧੀਆ ਗੱਲ ਹੈ, ਪਰ ਅਸਲ 'ਚ ਇਹ ਇੱਕ ਉਦਾਹਰਨ ਨਾਲ ਮਸਲਾ ਹੱਲ ਨਹੀਂ ਹੋਣਾ ਹੈਗਾ। ਸਰਕਾਰ ਦੀ ਜਿਹੜੀ ਨੀਤੀ ਹੈ, ਨੀਤੀ ਵਜੋਂ ਹੀ ਇਹ ਸਾਰਾ ਕੁਝ ਹੈ ਜਿਹੜਾ ਇਹ ਇਸ ਰੂਪ ਦੇ ਵਿੱਚ KG ਤੋਂ ਲੈ ਕੇ PG ਤੱਕ ਸਾਰੇ ਸਰਕਾਰੀ ਸੰਸਥਾਵਾਂ ਇੱਕੋ ਮਿਆਰ ਵਾਲੀਆਂ ਤੇ ਸਾਰੇ ਬੱਚੇ ਜਿਹੜੇ ਇਕੱਠੇ ਰੂਪ ਦੇ ਵਿੱਚ ਉੱਥੇ ਪੜ੍ਹਨ, ਤਾਂ ਹੀ ਇਹ ਜਿਹੜੀ ਮਿਆਰੀ ਸਿੱਖਿਆ ਦਾ ਅਸੀਂ ਇਹ ਭਰੋਸਾ ਕਰ ਸਕਦੇ ਹਾਂ। ਜੇਕਰ ਐਜੂਕੇਟ ਹੋ ਜਾਣ ਲੋਕ ਤਾਂ ਫਿਰ ਜੋ ਹਿੰਦੁਸਤਾਨ ਦੀ ਰਾਜਨੀਤੀ ਹੈ ਉਹਨੂੰ ਕਿੱਥੋਂ ਤੱਕ ਪ੍ਰਭਾਵਿਤ ਕਰਨਗੇ? ਬਿਲਕੁਲ ਬਹੁਤ ਹੱਦ ਤੱਕ ਪ੍ਰਭਾਵਿਤ ਕਰਨਗੇ। ਲੋਕਾਂ ਨੂੰ ਅਸੀਂ ਸਹੀ ਤੌਰ ਤੇ ਜਾਣਨ ਦੀ, ਸਹੀ ਤੌਰ ਤੇ ਸਵਾਲ ਪੁੱਛਣ ਦੀ, ਸਮਾਜਿਕ ਸਿਸਟਮ ਬਾਰੇ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਲੱਗ ਜੇ ਕਿ ਸਮਾਜ ਚੱਲਦਾ ਕਿਵੇਂ ਹੈ। ਅੱਜ ਕੱਲ੍ਹ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਹੈ ਵੀ ਸਾਡੇ ਤੇ ਰਾਜ ਕਰਨ ਵਾਲੇ ਲੋਕ ਹੈ ਜਿਹੜੇ, ਇਹਨਾਂ ਦੀ ਆਈਡੀਓਲੋਜੀ ਕੀ ਹੈ, ਇਹਨਾਂ ਦੀਆਂ ਕੀ ਨੀਤੀਆਂ ਗੀਆਂ। ਤੇ ਇਹ ਜਿਹੜੇ ਸਾਡੇ ਨੇਤਾ, ਅੱਗੇ ਨੇਤਾ ਇੱਕ ਰੋਲ ਮਾਡਲ ਹੁੰਦੇ ਸੀ ਬੱਚਿਆਂ ਵਾਸਤੇ, ਅੱਜ ਨੇਤਾ ਜਿਹੜੇ ਐਡੇ ਤਿਰਸਕਾਰ ਦਾ ਪਾਤਰ ਬਣ ਗਏ ਕਿ ਅਸਲ 'ਚ ਉਹਨਾਂ 'ਤੇ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ। ਜਿੰਨੇ ਝੂਠ ਉਹ ਬੋਲਦੇ ਹੈਗੇ ਤੇ ਜਿੰਨਾ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਹੈਗੇ, ਉਹ ਬਕਾਇਦਾ ਤੌਰ ਤੇ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈਗਾ ਕਿ ਅਸਲ 'ਚ ਇਸ ਵੇਲੇ ਬੱਚਿਆਂ ਵਾਸਤੇ ਰੋਲ ਮਾਡਲ ਹੀ ਨਹੀਂ ਕੋਈ ਰਹਿ ਗਿਆ। ਦੂਸਰਾ ਜਿਹੜਾ ਸਭ ਤੋਂ ਵੱਡਾ ਪੱਖ ਮੈਂ ਉਭਾਰਨਾ ਚਾਹੂੰਗਾ, ਸਿੱਖਿਆ ਤੋਂ ਬਾਅਦ ਸਿਹਤ ਦਾ। ਸਿਹਤ ਦੇ ਖੇਤਰ ਦੇ ਵਿੱਚ ਵੀ ਚਾਹੇ ਕਰੋਨਾ ਵਾਲਾ ਸਮਾਂ ਬੀਤਿਆ, ਚਾਹੇ ਆਮ ਬਿਮਾਰੀਆਂ ਵਾਲਾ, ਚਾਹੇ ਨਸ਼ਿਆਂ ਵਾਲਾ, ਅਸਲ 'ਚ ਹਸਪਤਾਲ ਵੀ ਜਿੰਨਾ ਇਹਨਾਂ ਦਾ ਨਿੱਜੀਕਰਨ ਹੋ ਰਿਹਾ ਹੈਗਾ, ਜਿੰਨੀ ਇਹਨਾਂ ਦੀ ਕਮਰਸ਼ੀਅਲਾਈਜੇਸ਼ਨ ਹੋ ਰਹੀ ਹੈ, ਇਹ ਵੀ ਇੱਕ 5 ਸਟਾਰ ਹੋਟਲਾਂ ਵਾਂਗੂ ਇੱਕ ਅਮੀਰ ਤਬਕੇ ਵਾਸਤੇ ਐਸ਼ ਆਰਾਮ ਦਾ ਜ਼ਰੀਆ ਬਣ ਗਏ ਤੇ ਇੱਕ ਗਰੀਬ ਵਾਸਤੇ ਜਿਹੜੀ ਇਲਾਜ ਦੀ ਸੁਵਿਧਾ ਹੈਗੀ ਇਹ ਬਿਲਕੁਲ ਖਤਮ ਹੋ ਗਈ ਹੈ। ਜਿਹੜੀ ਸਰਕਾਰੀ ਹਸਪਤਾਲਾਂ ਜਿੱਥੇ ਕਿਤੇ ਕੋਈ ਮਸ਼ੀਨਾਂ ਪਈਆਂ, ਦਵਾਈਆਂ ਪਈਆਂ, ਉੱਥੇ ਡਾਕਟਰ ਨਹੀਂ। ਸਾਡਾ ਬਜਟ ਵੀ ਸੁੰਗੜ ਗਿਆ ਨਾ ਸਿੱਖਿਆ ਤੇ ਸਿਹਤ ਦਾ। ਬਿਲਕੁਲ, ਸਿੱਖਿਆ ਤੇ ਸਿਹਤ ਦੇ ਉੱਤੇ ਜਿਹੜਾ ਬਜਟ ਦਾ 6% ਜਾਂ ਸਟੇਟਾਂ ਵੱਲੋਂ 15% ਤੱਕ ਸਿੱਖਿਆ ਦੇ ਉੱਤੇ ਖਰਚ ਕਰਨਾ ਸੀ, ਉਹ ਕਰਨ ਦੀ ਥਾਂ ਤੇ 3% ਤੋਂ ਨਹੀਂ ਗਾਹਾਂ ਵੱਧਦਾ ਹੈਗਾ। ਤੇ ਇਸ ਕਰਕੇ ਸਰਕਾਰਾਂ ਦਾ ਬਿਲਕੁਲ ਵੀ ਇਸ ਪਾਸੇ ਵੱਲ ਨੂੰ ਧਿਆਨ ਨਹੀਂ ਹੈ। ਜਿੰਨੀਆਂ ਵੀ ਪਾਰਟੀਆਂ, ਚਾਹੇ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਦਿੱਲੀ ਦੇ ਵਿੱਚ ਉਹਨਾਂ ਨੇ ਸਿਹਤ ਸੁਵਿਧਾਵਾਂ ਦਾ ਸੁਧਾਰ ਕੀਤਾ ਹੈਗਾ, ਪਰ ਅਸਲ 'ਚ ਮੈਨੂੰ ਲੱਗਦਾ ਹੈ ਉਹ ਵੀ ਜਿੰਨਾ ਚਿਰ ਤੁਸੀਂ ਇੱਕ ਬਦਲਵੇਂ ਮਾਡਲ ਨੂੰ ਨਹੀਂ ਲੈ ਕੇ ਆਓਗੇ, ਉਹ ਵੀ ਜਦੋਂ ਮੈਨੂੰ ਮਨੀਸ਼ ਸਿਸੋਦੀਆ ਇਹ ਗੱਲ ਕਹਿੰਦਾ ਹੈਗਾ
ਕਿ ਤੁਸੀਂ ਸੈਲਫ ਸਫੀਸ਼ੀਐਂਟ ਬਣੋ, ਆਪਣੇ ਰੁਜ਼ਗਾਰ ਆਪ ਪੈਦਾ ਕਰੋ। ਆਪਣੇ ਰੁਜ਼ਗਾਰ ਆਪ ਪੈਦਾ ਕਰਨ ਵਾਲੀ ਕੋਈ ਨੀਤੀ ਹੀ ਨਹੀਂ ਹੁੰਦੀ ਹੈ। ਰੁਜ਼ਗਾਰ ਅਸਲ 'ਚ ਸਟੇਟ ਨੇ ਪੈਦਾ ਕਰਨੇ ਹੁੰਦੇ ਆ। ਸਟੇਟ ਨੇ ਉਸ ਕਿਸਮ ਦਾ ਇੱਕ ਮਾਹੌਲ ਪੈਦਾ ਕਰਨਾ ਹੁੰਦਾ ਹੈ, ਇੱਕ ਉਸ ਕਿਸਮ ਦੀ ਸਿਸਟਮ ਪੈਦਾ ਕਰਨਾ ਹੁੰਦਾ ਜਿਹਦੇ 'ਚ ਰੁਜ਼ਗਾਰ ਕ੍ਰੀਏਟ ਹੋਣ। ਜੇ ਤੁਸੀਂ ਰੇਲਾਂ ਵੀ ਵੇਚੀ ਜਾਓਗੇ, ਰੇਲ ਦੀਆਂ ਲਾਈਨਾਂ ਵੀ ਵੇਚੀ ਜਾਓਗੇ, ਹਵਾਈ ਅੱਡੇ ਵੀ ਵੇਚੀ ਜਾਓਗੇ, ਤਾਂ ਅਸਲ 'ਚ ਸਰਕਾਰੀ ਰੁਜ਼ਗਾਰ ਜਿਹੜਾ ਇੱਕ ਪੱਕਾ ਰੁਜ਼ਗਾਰ ਹੈ, ਜਿਹਦੇ ਵਿੱਚ ਇੱਕ ਰੁਜ਼ਗਾਰ ਦੀ ਸੁਰੱਖਿਆ ਹੁੰਦੀ ਹੈ, ਜਿਹਦੇ 'ਚ ਕੁਝ ਨਿਯਮ ਹੁੰਦੇ ਆ, ਜਿਹਦੇ ਕੋਈ ਮਾਪਦੰਡ ਹੁੰਦੇ ਆ, ਜਿਹਦੇ 'ਚ ਕੋਈ ਮਿਆਰ ਹੁੰਦਾ ਹੈਗਾ, ਉਹ ਮਿਆਰ ਹੈ ਜਿਹੜਾ ਉਹ ਕਿੱਥੋਂ ਸਥਾਪਿਤ ਹੋਣਗੇ। ਸਰਕਾਰਾਂ ਆਖਰ ਪ੍ਰਾਈਵੇਟਾਈਜੇਸ਼ਨ ਵੱਲ ਕਿਉਂ ਵਧ ਰਹੀਆਂ ਨੇ? ਅਸਲ 'ਚ ਪ੍ਰਾਈਵੇਟਾਈਜੇਸ਼ਨ ਵਧਣ ਦਾ ਪਿੱਛੇ ਅੰਤਰਰਾਸ਼ਟਰੀ ਕਾਰਨ ਹੈ ਕਿ ਅਸਲ 'ਚ 90 ਤੋਂ ਬਾਅਦ ਜਿਹੜੇ ਕੋਈ ਵਿਸ਼ਵ ਦੇ ਵਿੱਚ ਅਮਰੀਕਾ ਨਾਲ ਜਾਂ ਹੋਰ ਜਿਹੜੀਆਂ ਬਹੁਤ ਕੌਮੀ ਕੰਪਨੀਆਂ ਨਾਲ ਸਮਝੌਤੇ ਸੀ, ਉਹਨਾਂ ਨੂੰ ਲਾਗੂ ਕਰਨ ਵਾਸਤੇ ਇਹਨਾਂ ਨੂੰ ਬਹਾਨਾ ਮਿਲ ਗਿਆ ਕਿ ਅਸਲ 'ਚ ਆਹ ਕੁਛ ਸਾਨੂੰ ਰੋਕਾਂ ਹਟਾਉਣੀਆਂ ਪੈਣਗੀਆਂ, ਵਿਦੇਸ਼ੀ ਸਰਮਾਇਆ ਖਿੱਚਣਾ ਪਊਗਾ। ਅਤੇ ਹੁਣ ਨੰਗੇ ਚਿੱਟੇ ਰੂਪ ਦੇ ਵਿੱਚ ਹਰ ਇੱਕ ਸਰਕਾਰ ਹੈ ਜਿਹੜੀ, ਹਰ ਇੱਕ ਲੜ ਰਹੀ ਪਾਰਟੀ, ਪਾਰਲੀਮੈਂਟਰੀ ਪਾਰਟੀ, ਇੱਕ ਦੂਜੇ ਤੋਂ ਅੱਗੇ ਵੱਧ ਕੇ ਕਿ ਅਸੀਂ ਵੱਧ ਤੋਂ ਵੱਧ ਕਾਰਪੋਰੇਟਾਂ ਨੂੰ ਲੁੱਟਣ ਵਾਸਤੇ ਇੱਥੇ ਲੈ ਕੇ ਆਵਾਂਗੇ, ਇਸ ਗੱਲ ਨੂੰ ਮੈਨੀਫੈਸਟੋ ਦੇ ਵਿੱਚ ਲੈ ਕੇ ਆਉਂਦੀ ਹੈਗੀ। ਕਿੱਥੇ ਅੱਗੇ ਇਹ ਗੱਲ ਹੁੰਦੀ ਸੀ ਕਿ ਕਿਸੇ ਵੇਲੇ ਇੰਦਰਾ ਗਾਂਧੀ ਨੇ ਰਾਸ਼ਟਰੀਕਰਨ ਕੀਤਾ ਸੀ ਬੈਂਕਾਂ ਦਾ। ਅੱਜ ਇਹ ਇਸ ਗੱਲ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਬੈਂਕ ਵੇਚਣੇ ਹੈਗੇ, ਅਸੀਂ ਏਅਰਪੋਰਟ ਵੇਚਣੇ ਆ, ਅਸੀਂ ਹਵਾਈ ਕੰਪਨੀਆਂ ਵੇਚਣੀਆਂ। ਉਹ ਕੰਪਨੀਆਂ ਜਿਵੇਂ BSNL ਹੈ, ਜਿਹੜੀ BSNL ਦੀਆਂ ਤਾਰਾਂ ਜਿਹੜੀਆਂ ਉਹਨਾਂ ਦੀ ਇੱਥੇ ਬੇਕਦਰੀ ਹੋ ਰਹੀ ਹੈ। ਜੀਓ ਹੈ ਜਿਹੜਾ, ਜੀਓ ਨੂੰ ਫਲੋਰਿਸ਼ ਕੀਤਾ ਜਾ ਰਿਹਾ ਹੈਗਾ। ਉਹ ਉੱਪਰ ਸਾਂਝ ਹੈ ਨਾ, ਫਿਰ ਉਹ ਉੱਪਰ ਸਾਂਝ ਹੈ ਉਸ ਕਿਸਮ ਦੀ। ਅਸਲ 'ਚ ਇਸ ਸਾਂਝ ਭਿਆਲੀ ਦੇ ਵਿੱਚੋਂ ਆਮ ਲੋਕਾਂ ਦਾ ਜਿਹੜਾ ਜਿੱਡਾ ਘਾਣ ਹੋ ਰਿਹਾ ਹੈਗਾ, ਤੇ ਕਾਰਪੋਰੇਟ ਆ ਜਿਹੜਾ, ਕਾਰਪੋਰੇਟ ਦੇ ਵਿੱਚ ਵੀ ਅੱਜ ਅਸੀਂ ਅੰਬਾਨੀ ਅਡਾਨੀ ਦੀ ਗੱਲ ਕਰਦੇ ਹਾਂ। ਅੰਬਾਨੀ ਅਡਾਨੀ ਨੂੰ ਬਹੁਤ ਵੱਧ ਫਾਇਦਾ ਦਿੱਤਾ ਹੈ। ਤੁਸੀਂ ਅਡਾਨੀ ਦਾ ਜ਼ਿਕਰ ਕੀਤਾ, ਹੁਣ 3 ਦਿਨ ਪਹਿਲਾਂ ਦੀ ਖਬਰ ਸੀ ਕਿ ਅਡਾਨੀ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਬਣ ਗਿਆ, ਤੇ ਉਹ ਜਿਹੜਾ ਉਹਦਾ ਪੈਸਾ ਸੀ ਜਿਹਨੇ ਜੋ ਪਲੱਸ ਹੋਇਆ ਵਿੱਚ, ਉਹ ਇੱਕ ਹੀ ਉਹਦੇ ਪ੍ਰੋਜੈਕਟ ਤੋਂ ਆਇਆ ਸੀ। ਜੇ ਬੰਦਰਗਾਹ ਜਾਂ ਏਅਰਪੋਰਟ ਵਗੈਰਾ ਜੋੜਨੇ ਅਲੱਗ ਸੀ ਉਹ। ਦੂਜੇ ਪਾਸੇ ਜੋ ਕਿਰਤੀ ਮਜ਼ਦੂਰ ਨੇ, ਕਿਸਾਨ ਨੇ, ਖੇਤ ਕਾਮੇ ਨੇ, ਉਹ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਨੇ। ਬਿਲਕੁਲ, ਤੁਸੀਂ ਇਹੀ ਗੱਲ ਦੇਖੋ ਕਿ ਅਸਲ 'ਚ ਕਰੋਨਾ ਵਾਲੇ ਸਮੇਂ ਦੇ ਵਿੱਚ ਜਦੋਂ ਲੋਕਡਾਊਨ ਕਰਤਾ, ਲੋਕਡਾਊਨ ਦੇ ਵਿੱਚ ਮਜ਼ਦੂਰਾਂ ਦੀ ਨੌਕਰੀ ਖੁੱਸਦੀਆਂ ਗਈਆਂ। ਹਰ ਇੱਕ ਜਿਹੜਾ ਕੰਮ ਕਰਨ ਵਾਲਾ ਕੰਮ ਹੈਗਾ ਉਹਦੀ ਤਨਖਾਹ ਘਟਦੀ ਹੈ, ਤੇ ਫਿਰ ਅੰਬਾਨੀ ਅਡਾਨੀ ਦਾ ਜਿਹੜਾ ਮੁਨਾਫਾ ਹੈਗਾ ਉਹ ਇੰਨੇ ਗੁਣਾ ਵੱਧ ਜਾਂਦਾ ਕਿ ਅਸੀਂ ਕਿਆਸ ਵੀ ਨਹੀਂ ਕਰ ਸਕਦੇ ਹੈਗੇ। ਤੇ ਅਸਲ 'ਚ ਇਹ ਸਾਰਾ ਕੁਝ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੁੰਦਾ। ਉਹ ਮਿਲੀ ਭੁਗਤ ਦੇ ਵਿੱਚ ਕੀ ਹੈ ਕਿ ਉਹ ਅਸਲ 'ਚ ਤਾਂ ਬੈਂਕਾਂ ਰਾਹੀਂ ਜਿਹੜੇ ਲੋਨ ਲੈਂਦੇ ਆ, ਲੋਨ ਲੈ ਕੇ ਆਪਣੀਆਂ ਕੰਪਨੀਆਂ ਸਥਾਪਿਤ ਕਰਦੇ ਆ, ਉਹ ਕੰਪਨੀਆਂ ਨੂੰ ਦਿਵਾਲੀਆ ਸ਼ੋਅ ਕਰ ਦਿੰਦੇ ਆ। ਦਿਵਾਲੀਆ ਸ਼ੋਅ ਕਰਕੇ ਉਹ ਜਿਹੜਾ ਕਰਜ਼ਾ ਹੈਗਾ, ਕਰਜ਼ਾ ਜਦੋਂ NLCT ਕੋਲੇ ਜਾਂਦਾ ਹੈਗਾ, ਉੱਥੇ ਉਹ ਮਾਫ ਕਰਵਾ ਲੈਂਦੇ ਆ, ਲੇ-ਆਫ ਕਰਵਾ ਲੈਂਦੇ ਆ। ਤੇ ਲੇ-ਆਫ ਕਰਵਾਉਣ ਤੋਂ ਬਾਅਦ ਉਹ NPA ਬਣ ਜਾਂਦਾ ਹੈਗਾ ਬੈਂਕਾਂ ਦਾ। ਤੇ ਬੈਂਕਾਂ ਦਾ ਜਿਹੜਾ NPA ਹੈ, ਇਹ ਬੈਂਕਾਂ ਨੂੰ ਖਤਮ ਕਰਨ ਦਾ ਕਾਰਨ ਬਣਦਾ ਹੈਗਾ। ਸਰਕਾਰੀ ਬੈਂਕਾਂ ਦਾ ਜਿਹੜਾ NPA ਹੈਗਾ, NPA ਜਦੋਂ ਸਰਕਾਰੀ ਬੈਂਕਾਂ ਦੇ ਸਿਰ ਇੰਨਾ ਜ਼ਿਆਦਾ ਵੱਧ ਜਾਂਦਾ ਹੈਗਾ, ਤਾਂ ਬੈਂਕਾਂ ਕੋਲੇ ਫਿਰ ਅਸਲ 'ਚ ਲੋਕਾਂ ਨੂੰ ਦੇਣ ਵਾਸਤੇ ਕੁਝ ਨਹੀਂ ਰਿਹਾ। ਲੋਕਾਂ ਦੀ ਜਿਹੜੀਆਂ ਵਿਆਜ ਦਰਾਂ ਗਈਆਂ, ਜਿਹੜੀਆਂ ਸੀਨੀਅਰ ਸਿਟੀਜ਼ਨ ਦੀਆਂ ਜਾਂ ਹੋਰਾਂ ਦੀਆਂ ਵਿਆਜ ਦਰਾਂ ਸੀ, ਵਿਆਜ ਦਰਾਂ ਲਗਾਤਾਰ ਘੱਟ ਹੋ ਰਹੀਆਂ ਹੈਗੀਆਂ, ਅਤੇ ਉਹਦੇ NPA ਨਾਲ ਨਹੀਂ ਨਿਪਟ ਰਹੇ ਹੈਗੇ। ਉਹ ਜਿਹੜੀਆਂ ਕੰਪਨੀਆਂ ਕੀ ਕਰਦੀਆਂ ਹੈਗੀਆਂ, ਇੱਕ ਕੰਪਨੀ ਅੱਜ ਤੁਸੀਂ ਦਿਵਾਲੀਆ ਕਰਾਰ ਕਰਤੀ, ਉਹ ਨਵੀਂ ਕੰਪਨੀ ਜਿਹਨੇ ਉਹ ਪੁਰਾਣੀ ਕੰਪਨੀ ਖਰੀਦੀ ਹੈ, ਉਹ ਦੁਬਾਰਾ ਫਿਰ ਬੈਂਕ ਤੋਂ ਲੋਨ ਲੈ ਲੈਂਦੀ ਹੈਗੀ। ਉਹ ਦੁਬਾਰਾ ਫਿਰ ਬੈਂਕ ਤੋਂ ਲੋਨ ਲੈ ਕੇ ਉਹ ਫਿਰ ਉਸ ਕੰਪਨੀ ਨੂੰ ਉਵੇਂ ਜਿਕਰੂ ਫਿਰ ਦਿਵਾਲੀਆ ਕਰਾਰ ਦੇ ਦਿੰਦੇ ਆ। ਕਿੰਨੇ ਵਾਰੀ ਇਸ ਕਿਸਮ ਦਾ ਜਿਹੜਾ ਇਹ ਸਿਸਟਮ ਚੱਲਦਾ ਹੈ। ਬਿਜ਼ਨਸਮੈਨਾਂ ਕੋਲ ਤਾਂ ਹੈਗੀ ਹੈ, ਆਮ ਲੋਕਾਂ ਕੋਲ ਕਿਉਂ ਨਹੀਂ ਹੈਗੀ? ਹਾਂ, ਅਸਲ 'ਚ ਮੈਨੂੰ ਲੱਗਦਾ ਆਮ ਲੋਕਾਂ ਕੋਲੇ ਤਾਂ ਇਸ ਕਿਸਮ ਦਾ ਭ੍ਰਿਸ਼ਟਾਚਾਰ ਨਾ ਹੀ ਹੋਵੇ, ਇਸ ਕਿਸਮ ਦੀ ਠੱਗੀ ਠੋਰੀ ਵਾਲੀ ਨੀਤੀ ਉਹਨਾਂ ਕੋਲੇ ਤਾਂ ਨਾ ਹੀ ਹੋਵੇ ਤਾਂ ਚੰਗੀ ਗੱਲ ਹੈ। ਲੋਕ ਤਾਂ ਇਹ ਚੀਜ਼ਾਂ ਉਹ ਕਿੱਥੋਂ ਸਿੱਖਦੇ ਨੇ ਕਿ ਆਮ ਲੋਕ ਨਹੀਂ ਸਿੱਖ ਪਾਉਂਦੇ? ਹਾਂ, ਅਸਲ 'ਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇੱਕ ਪੋਲੀਟੀਕਲ ਜਮਾਤ ਦਾ ਤੇ ਕਾਰਪੋਰੇਟ ਦਾ ਜਿਹੜਾ ਨੈਕਸਸ ਹੈ, ਇਹ ਨੈਕਸਸ ਇਕੱਲੇ ਭਾਰਤ ਪੱਧਰ 'ਤੇ ਨਹੀਂ, ਇਕੱਲੇ ਪੰਜਾਬ ਪੱਧਰ 'ਤੇ ਨਹੀਂ, ਪੂਰੇ ਸੰਸਾਰ ਪੱਧਰ 'ਤੇ ਇਹਨਾਂ ਦੇ ਇੱਕ ਜਿਹੜੇ ਆਪਣੇ ਬਣੇ ਹੋਏ ਕਾਰਟਲ ਹੈ, ਇਹਨਾਂ ਦੀਆਂ ਆਪਣੀਆਂ ਬਣੀਆਂ ਹੋਈਆਂ ਆਪਣੀਆਂ ਕਲੱਬ ਹੈ, ਉਹਨਾਂ ਕਲੱਬਾਂ ਦੇ ਵਿੱਚ ਇਹ ਇਹਨਾਂ ਗੱਲਾਂ ਦੀ ਹੀ ਸਿਖਲਾਈ ਹੈ ਜਿਹੜੀ ਇਹ ਹਾਸਲ ਕਰਦੇ ਹੈਗੇ। ਅਤੇ ਉਹ ਸਿਖਲਾਈ ਹਾਸਲ ਕਰਕੇ ਇੱਥੇ ਆਮ ਲਕਾਈ ਦੀ ਲੁੱਟ ਕਰਦੇ। ਅਤੇ ਜਿਹੜੀ ਸਾਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਸਕੂਲਾਂ ਕਾਲਜਾਂ ਦੇ ਵਿੱਚ,
ਉਹ ਐਜੂਕੇਸ਼ਨ ਉਹਨਾਂ ਦੀ ਸਿੱਖਿਆ ਦਾ ਕੋਈ ਤੋੜ ਨਹੀਂ ਮੈਨੂੰ ਲੱਗਦਾ। ਨਹੀਂ ਅਸਲ 'ਚ ਇਸ ਵੇਲੇ ਸਿੱਖਿਆ ਜਿਹੜੀ ਦਿੱਤੀ ਜਾਂਦੀ ਹੈ ਉਹ ਉਸ ਹਿਸਾਬ ਨਾਲ ਦਿੱਤੀ ਜਾਂਦੀ ਹੈ ਜੇ ਕਾਰਪੋਰੇਟ ਦੀਆਂ ਜਿਹੀਆਂ ਲੋੜਾਂ ਜਿਹੜੀਆਂ ਮੰਡੀ ਦੀਆਂ ਲੋੜਾਂ ਮੁਤਾਬਕ, ਜਿਹੜੀਆਂ ਸਾਡੇ ਲੋਕਾਂ ਦੀਆਂ, ਸਾਡੇ ਸਮਾਜ ਦੀਆਂ ਲੋੜਾਂ ਉਹਦੇ ਮੁਤਾਬਕ ਨਹੀਂ ਸਿੱਖਿਆ ਦਿੱਤੀ ਜਾਂਦੀ। ਇੱਕ ਗੱਲ ਮੈਂ ਹੋਰ ਵੱਡੀ ਵਾਰਨਾ ਚਾਹਣਾਗਾ, ਅਸਲ 'ਚ ਆਹ ਜਿਹੜਾ 4 ਲੇਨ ਵਾਲੀਆਂ ਸੜਕਾਂ ਦਾ, 8 ਲੇਨ ਵਾਲੀਆਂ ਸੜਕਾਂ ਦਾ, ਵੱਡੇ ਪੁਲਾਂ ਵਾਲਾ ਮਾਡਲ ਹੈ, ਇਹ ਮਾਡਲ ਵੀ ਲੋਕ ਵਿਰੋਧੀ ਮਾਡਲ ਹੈ। ਇੱਥੇ ਜਿਹੜੀਆਂ ਇਹਨਾਂ 4 ਲੇਨ 8 ਲੇਨ ਵੱਡੇ ਪੁਲਾਂ ਤੇ ਗੱਡੀਆਂ ਚੱਲਣਗੀਆਂ, ਉਹ ਗੱਡੀਆਂ ਕਿਹਦੀ ਜੇ ਚੱਲਣਗੀਆਂ? ਅਮੀਰ ਲੋਕਾਂ ਦੀਆਂ ਗੱਡੀਆਂ ਚੱਲਣਗੀਆਂ। ਤੇ ਅਸਲ 'ਚ ਉਹ ਅਮੀਰ ਲੋਕਾਂ ਦੀ ਵੀ ਟਾਈਮ ਦੀ ਬੱਚਤ ਨਹੀਂ ਹੁੰਦੀ ਹੈਗੀ। ਟਾਈਮ ਦੀ ਬੱਚਤ ਇਸ ਕਰਕੇ ਨਹੀਂ ਹੁੰਦੀ ਹੈਗੀ ਕਿਉਂਕਿ ਅਸਲ 'ਚ ਜਦੋਂ ਉਹ ਉਸ ਸਿਟੀ 'ਚ ਮੰਨ ਲਓ ਅਸੀਂ ਇੱਥੋਂ ਦਿੱਲੀ ਜਿੱਥੇ ਅੱਗੇ 7-8 ਘੰਟਿਆਂ 'ਚ ਪਹੁੰਚਦੇ ਸੀ, ਜੇ 3 ਘੰਟਿਆਂ 'ਚ ਪਹੁੰਚ ਵੀ ਜਾਵਾਂਗੇ ਤੇ ਦਿੱਲੀ ਤੋਂ ਪਹੁੰਚ ਕੇ ਉਹਦੇ ਆਊਟਰ ਤੋਂ ਉਸ ਜਿਹੜੀ ਜਿਸ ਥਾਂ ਤੇ ਅਸੀਂ ਪਹੁੰਚਣਾ ਹੈ ਉੱਥੇ ਪਹੁੰਚਣ ਨੂੰ ਉਦੋਂ ਵੱਧ ਟਾਈਮ ਲੱਗ ਜਾਂਦਾ ਹੈਗਾ ਜਿੰਨਾ ਇੱਥੋਂ ਦਿੱਲੀ ਤੱਕ ਪਹੁੰਚਣ ਨੂੰ ਲੱਗਦਾ ਹੈਗਾ। ਇੱਕ ਤਾਂ ਇਹ ਗੱਲ। ਦੂਸਰੀ ਗੱਲ, ਅਸਲ 'ਚ ਇਹ ਸਾਧਨ ਇੰਨੇ ਤੇਜ਼ ਬਣਾਉਣ ਦੀ ਥਾਂ ਤੇ ਅਸੀਂ ਪਿੰਡਾਂ ਨੂੰ ਕਿਉਂ ਨਹੀਂ ਡਿਵੈਲਪ ਕਰਦੇ ਜਿੱਥੇ ਸਾਡੀ 65% ਆਬਾਦੀ ਰਹਿੰਦੀ ਹੈਗੀ। ਪਿੰਡਾਂ ਦੇ ਵਿੱਚ ਕਿਸੇ ਵੇਲੇ ਫੋਕਲ ਪੁਆਇੰਟ ਡਿਵੈਲਪ ਕੀਤੇ ਸੀ, ਉਹ ਵਧੀਆ ਮਾਡਲ ਸੀ, ਅਕਾਲੀ ਸਰਕਾਰ ਨੇ ਕਿਸੇ ਵੇਲੇ ਕੀਤੇ ਸੀ, ਪਰ ਅਸਲ 'ਚ ਉਹ ਇਗਨੋਰ ਕਰ ਦਿੱਤਾ ਗਿਆ ਮਾਡਲ ਹੈ ਜਿਹੜਾ। ਅਸਲ 'ਚ ਪਿੰਡਾਂ ਨੂੰ ਦਾ ਡਿਵੈਲਪਮੈਂਟ ਕਰਨ ਦੀ ਲੋੜ ਹੈ। ਪਰ ਪਿੰਡਾਂ ਦੇ ਵਿੱਚ ਇੱਥੇ ਹਸਪਤਾਲ ਹੋਵੇ, ਉੱਥੇ ਸਕੂਲ ਹੋਵੇ, ਉੱਥੇ ਵੈਟਰਨਰੀ ਹਸਪੀਟਲ ਹੋਵੇ, ਉੱਥੇ ਬੈਂਕ ਹੋਵੇ, ਉੱਥੇ ਹਰ ਕਿਸਮ ਦੀ ਤੁਹਾਡੀ ਸੁਵਿਧਾ ਵਾਲੀ ਚੀਜ਼ ਹੈ ਜਿਹੜੀ ਉਹ ਪ੍ਰਾਪਤ ਹੋਵੇ। ਅੱਜ ਕੱਲ੍ਹ ਤਾਂ ਅਸਲ 'ਚ ਇਹਨਾਂ ਨੇ ਆ ਸਾਰਾ ਕੁਝ ਆਨਲਾਈਨ ਦੇ ਸਪੁਰਦ ਕਰਕੇ ਵੱਡੇ ਕਾਰਪੋਰੇਟ ਦੇ ਤੁਹਾਨੂੰ ਸਾਰੇ ਘਰਾਂ ਦੇ ਵਿੱਚ ਇੱਕ ਵੱਡੇ ਕਾਰਪੋਰੇਟ ਨੂੰ ਘਸੋਤਾ ਕਿ ਤੁਸੀਂ ਘਰੇ ਬੈਠੇ ਰਜਾਈ 'ਚ ਬੈਠੇ ਰਹੋ, ਆਨਲਾਈਨ ਆਰਡਰ ਕਰੋ, ਪੀਜ਼ਾ ਵੀ ਤੁਹਾਡੇ ਕੋਲੇ ਪਹੁੰਚ ਜੂਗਾ, ਬੂਟ ਵੀ ਤੁਹਾਡੇ ਕੋਲੇ ਪਹੁੰਚ ਜੂਗਾ, ਕੱਪੜਾ ਵੀ ਤੁਹਾਡੇ ਕੋਲੇ ਪਹੁੰਚ ਜੂਗਾ, ਸਾਬਣ ਵੀ ਤੁਹਾਡੇ ਕੋਲੇ ਪਹੁੰਚ ਜੂਗਾ, ਪੇਸਟ ਵੀ ਤੁਹਾਡੇ ਕੋਲੇ ਪਹੁੰਚ ਜੂਗਾ। ਤੇ ਤੁਸੀਂ ਹਿੱਲੋ ਜੁੱਲੋ ਨਾ, ਲੋਕਾਂ ਨਾਲ ਕੋਈ ਇੰਟਰੈਕਸ਼ਨ ਨਾ ਕਰੋ, ਲੋਕਾਂ ਦੇ ਨਾਲ ਕੋਈ ਸਾਂਝ ਨਾ ਬਣਾਓ। ਅਸਲ 'ਚ ਲੋਕਾਂ ਦੀ ਇਹ ਸਾਂਝ ਖਤਮ ਕਰਨ ਦਾ ਤੇ ਕਾਰਪੋਰੇਟ ਨੂੰ ਉਤਸ਼ਾਹਿਤ ਕਰਨ ਵਾਲਾ ਸਰਮਾਏਦਾਰੀ ਮਾਡਲ ਹੈ ਇਹ। ਸਰਮਾਏਦਾਰੀ। ਤੇ ਇੱਕ ਗੱਲ ਹੋਰ ਵੀ ਹੈ ਕਿ ਵਿਕਾਸ, ਹੁਣ ਦੇਖੋ ਐਡੇ ਹਸਪੀਟਲ ਸਰਕਾਰਾਂ ਵੱਲੋਂ ਖੋਲ੍ਹਦੇ ਨੇ, ਉਹਨੂੰ ਵਿਕਾਸ ਗਿਣਿਆ ਜਾਂਦਾ। ਹਾਲਾਂਕਿ ਵਿਕਾਸ ਤਾਂ ਇਹ ਹੋਣਾ ਚਾਹੀਦਾ ਨਾ ਕਿ ਵੀ ਮਨੁੱਖਤਾ ਦੇ ਵਿੱਚ ਬਿਮਾਰੀ ਦੀ ਰੋਕਥਾਮ ਵਧੇ। ਨਹੀਂ ਅਸੀਂ ਅਸਲ 'ਚ ਹੁਣ ਤੋਂ ਮੇਰੀ ਇਸ ਵੇਲੇ 67-68 ਸਾਲ ਦੀ ਉਮਰ ਹੋ ਗਈ। ਮੈਂ ਆਪਣੀ ਉਮਰ ਦੇ ਵਿੱਚ ਦੇਖਿਆ ਹੈਗਾ ਕਿ ਸਾਡੇ ਘਰਾਂ ਦੇ ਵਿੱਚ ਇੱਕ ਵੈਕਸੀਨੇਟਰ ਆਉਂਦਾ ਸੀ ਹਰ 15 ਦਿਨਾਂ ਬਾਅਦ ਕੰਪਲਸਰੀ ਰੂਪ 'ਚ। ਉਹ ਹਰ ਇੱਕ ਘਰ ਦੇ ਵਿੱਚ ਆ ਕੇ ਪੁੱਛਦਾ ਸੀ ਵੀ ਸਾਰੇ ਰਾਜੀ ਖੁਸ਼ੀ ਹੋ। ਅੱਜ ਵੀ ਹੈਗੇ ਉਹ MPW, ਪਰ ਉਹ MPW ਹੈ ਜਿਹੜੇ ਉਹਨਾਂ ਨੂੰ ਹੋਰ ਤਰ੍ਹਾਂ ਦੇ ਕੰਮ ਦਿੱਤੇ ਹੋਏ ਤੇ ਉਹਨਾਂ ਦੀ ਭਰਤੀ ਵੀ ਇੰਨੀ ਨਿਗੂਣੀ ਹੈ ਕਿ ਅਸਲ 'ਚ ਉਹ ਘਰਾਂ ਦੇ ਵਿੱਚ ਅੱਜ ਪੁੱਛਣ ਦੀ ਤਾਂ ਗੱਲ ਦੂਰ ਰਹੇਗੀ। ਜੇ ਕੋਈ ਘਰ ਵਾਲਾ ਬੁਲਾਉਂਦਾ ਵੀ ਹੈ ਤਾਂ ਵੀ ਉਹ ਜਾ ਕੇ ਕੋਈ ਉਸ ਕਿਸਮ ਦੀ ਗੱਲਬਾਤ ਨਹੀਂ ਕਰ ਰਾਜੀ ਨਹੀਂ ਹੈਗੇ। ਤਾਂ ਅਸਲ 'ਚ ਅੱਗੇ ਪਿੰਡਾਂ ਦੇ ਵਿੱਚ ਵੀ ਡਾਕਟਰ ਹੁੰਦੇ ਸੀਗੇ, ਉਹ ਡਾਕਟਰਾਂ ਨੂੰ ਉਸ ਕਿਸਮ ਦੀਆਂ ਸੁਵਿਧਾਵਾਂ ਉੱਥੇ ਮਿਲਦੀਆਂ ਸੀ, ਉਹਨਾਂ ਦੇ ਬੱਚਿਆਂ ਨੂੰ ਉਸ ਚੰਗੀ ਐਜੂਕੇਸ਼ਨ ਮਿਲਦੀ ਸੀ। ਅੱਜ ਜੇ ਕੋਈ ਡਾਕਟਰ ਕਿਸੇ ਪਿੰਡ 'ਚ ਜਾਂਦਾ ਉਹਦੇ ਪੜ੍ਹਾਉਣ ਵਾਸਤੇ ਉਹ ਬੱਚਿਆਂ ਨੂੰ ਕਿੱਥੇ ਪੜ੍ਹਾਵੇ? ਉਹਨੂੰ ਉਸ ਕਿਸਮ ਦੀਆਂ ਸੁਵਿਧਾਵਾਂ ਨਹੀਂ ਮਿਲਦੀਆਂ ਹੈਗੀਆਂ। ਇਸ ਕਰਕੇ ਜਿੰਨਾ ਚਿਰ ਤੁਸੀਂ ਇਹ ਸਾਰਾ ਸਿਸਟਮ ਹੈ ਜਿਹੜਾ ਚੇਂਜ ਨਹੀਂ ਕਰਾਂਗੇ, ਇੰਨਾ ਚਿਰ ਆ ਚੋਣਾਂ ਦਾ ਢੰਗਾਉਂ ਜਿਹੜਾ ਇਹ ਸਿਰਫ 5 ਸਾਲ ਸੱਤਾ ਤੇ ਕਾਬਜ ਹੋਣ ਦੀ ਗੱਲ ਹੋ ਗਈ। ਅਸਲ 'ਚ ਇਹ ਲੋਕਾਂ ਦੇ ਮਸਲਿਆਂ ਨੂੰ ਸੰਬੋਧਿਤ ਹੋਣ ਵਾਲੀ ਗੱਲ ਨਹੀਂ ਹੈ। ਇਸ ਵਾਰ ਪੰਜਾਬ ਦੀ ਚੋਣਾਂ ਦਾ ਕੀ ਲੱਗਦਾ ਤੁਹਾਨੂੰ? ਦੇਖੋ, ਪੰਜਾਬ ਦੀਆਂ ਚੋਣਾਂ ਦੇ ਵਿੱਚ ਇਸ ਵਾਰ ਜਿਹੜਾ ਲੱਗਦਾ ਹੈਗਾ BJP ਦੇ ਖਿਲਾਫ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਹੈਗਾ। ਅਮਰਿੰਦਰ ਨੇ ਜਿਹੜੀ ਚਾਹੇ ਕੋਈ ਪੰਜਾਬ ਕਿਸਾਨ ਪਾਰਟੀ ਬਣਾ ਲਈ ਜਾਂ ਹੋਰ ਬਣਾ ਲਈ, ਇਹ ਬਿਲਕੁਲ ਇਰਰੈਲੇਵੈਂਟ ਗੱਲਾਂ ਹੈਗੀਆਂ ਗੀਆਂ। ਅਸਲ 'ਚ ਤਾਂ ਇਹ ਮੈਨੂੰ ਲੱਗਦਾ ਸਿਆਸਤ ਦਾ ਬਹੁਤ ਵੱਡਾ ਨਿਘਾਰ ਹੈਗਾ ਜਿਹੜਾ ਪਾਲਾ ਬਦਲੀ ਇਸ ਕਿਸਮ ਨਾਲ ਹੋ ਰਹੀ ਹੈਗੀ। ਤੇ ਇਹ ਤਾਂ ਕਿਸੇ ਵੀ ਤਰ੍ਹਾਂ ਨਾਲ ਆਪਾਂ ਇਹਨੂੰ ਜਾਇਜ਼ ਨਹੀਂ ਠਹਿਰਾ ਸਕਦੇ। ਅਕਾਲੀਆਂ ਦਾ ਲੋਕ ਅਜੇ ਤੱਕ ਭੁੱਲੇ ਨਹੀਂ ਹੈ ਜਿਹੜਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਪ੍ਰਾਈਵੇਟ ਚਿੱਟ ਫੰਡ ਕੰਪਨੀ ਵਾਂਗੂ ਸਾਰਾ ਕੁਝ ਆਪਦੇ ਬੋਝੇ 'ਚ ਹੀ ਪਾਉਣ ਵਾਲੀ ਗੱਲ ਕੀਤੀ ਹੈਗੀ ਤੇ ਆਪਦੇ ਹੀ ਸਰਦਾਰ ਬਣਾ ਕੇ ਆ ਸਾਡੇ ਇਲਾਕੇ ਦਾ ਸਰਦਾਰ ਹੈ, ਇਲਾਕਾ ਇੰਚਾਰਜ ਤੇ ਹੋਰ ਇਸ ਕਿਸਮ ਦੀਆਂ ਗੱਲਾਂ ਬਣਾ ਕੇ ਤੇ ਵੱਡੇ ਇਕੱਠ ਕਰਕੇ ਸੰਗਤ ਦਰਸ਼ਨ ਦੇ ਨਾਂ ਤੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਭੁਲੇਖੇ 'ਚ ਰੱਖਿਆ ਹੈਗਾ ਤੇ ਆਪਣੀਆਂ ਤਜੌਰੀਆਂ ਭਰੀਆਂ ਗਈਆਂ, ਉਹ ਵੀ ਨਹੀਂ ਭੁੱਲੇ ਹੈਗੇ। ਤੇ ਅਸਲ 'ਚ ਕਾਂਗਰਸ ਨੇ ਵੀ ਇੱਕ ਤਰ੍ਹਾਂ ਨਾਲ ਲੋਕਾਂ ਨਾਲ ਧੋਖਾ ਕੀਤਾ ਹੈਗਾ। ਜਿਵੇਂ ਅਮਰਿੰਦਰ ਨੇ ਕਿਹਾ ਸੀ ਮੈਂ ਰੁਜ਼ਗਾਰ ਦੇਵਾਂਗਾ, ਮੈਂ ਆਹ ਮਾਫੀਆ ਰਾਜ ਖਤਮ ਕਰੂੰਗਾ, ਮੈਂ ਜਿਹੜੇ ਨਸ਼ਿਆਂ ਵਾਲਾ ਇਹ ਖਤਮ ਕਰੂੰਗਾ, ਮੈਂ ਰੇਤ ਮਾਫੀਆ ਨੂੰ ਖਤਮ ਕਰੂੰਗਾ। ਅਸਲ 'ਚ ਉਹ ਵੀ ਇੱਕ ਤਰ੍ਹਾਂ ਨਾਲ ਇੱਕ ਜਿਹੜੀ ਉਹਦੀ ਰਾਜਾਸ਼ਾਹੀ ਵਾਲੀ ਗੱਲ ਹੈਗੀ ਆ ਉਹਦੇ ਵਿੱਚੋਂ ਵੀ ਬਾਹਰ ਨਹੀਂ ਨਿਕਲਿਆ ਹੈਗਾ। ਸਰਕਾਰ ਕਿਹਦੀ ਬਣਦੀ ਲੱਗਦੀ ਹੈ ਪੰਜਾਬ 'ਚ? ਸਰਕਾਰ ਇਸ ਵਾਰ ਕੁਛ ਥੋੜਾ
ਢੰਗ ਨਾਲ ਲੱਗਦਾ ਹੈਗਾ। ਲੋਕ ਸਾਰੀਆਂ ਪਾਰਟੀਆਂ ਤੋਂ ਅੱਕੇ ਹੋਏ ਹੈਗੇ। ਅੱਕੇ ਹੋਣ ਕਰਕੇ ਆਮ ਆਦਮੀ ਪਾਰਟੀ ਦਾ ਮੌਕਾ ਕੁਛ ਥੋੜਾ ਜਿਹਾ ਵੱਧ ਲੱਗਦਾ ਹੈਗਾ। ਪਰ ਇਹਦੇ ਸਾਰੇ ਕੁਛ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਤੇ ਮੈਨੂੰ ਸਭ ਤੋਂ ਵੱਡਾ ਇਤਰਾਜ਼ ਇੱਕੋ ਹੈ ਕਿ ਅਸਲ 'ਚ ਜਿਵੇਂ ਉਹ ਸਿਆਸਤ ਦੇ ਵਿੱਚ ਇੱਕ ਨਵੀਂ ਨੀਤੀ ਤੇ ਨਵੀਂ ਗੱਲ ਲੈ ਕੇ ਆਉਣ ਦੀ ਗੱਲ ਕਰਦੀ ਸੀ, ਉਹਨਾਂ ਨੂੰ ਆਰਥਿਕ ਮਾਡਲ ਤੇ ਸਮਾਜਿਕ ਮਾਡਲ ਹੈ ਜਿਹੜਾ ਉਹ ਬਦਲਵਾਂ ਮਾਡਲ ਲੈ ਕੇ ਆਉਣ ਦੀ ਗੱਲ ਕਰਨੀ ਚਾਹੀਦੀ ਹੈ। ਪੁਰਾਣੇ ਜਿਹੜੇ ਘਿਸੇ ਪਿਟੇ ਮਾਡਲ ਜਿਹੜੇ ਲੋਕਾਂ ਨੂੰ ਹੁਣ ਤੱਕ ਤੰਗ ਪਰੇਸ਼ਾਨ ਕਰਦੇ ਰਹੇ, ਲੋਕਾਂ ਨੂੰ ਗਰੀਬ ਕਰਦੇ ਰਹੇ ਹੈ, ਲੋਕਾਂ ਨੂੰ ਬੇਰੁਜ਼ਗਾਰ ਕਰਦੇ ਰਹੇ ਹੈ, ਉਸ ਮਾਡਲ ਦੀ ਥਾਂ ਤੇ ਇੱਕ ਨਵਾਂ ਮਾਡਲ ਹੈ ਜਿਹੜਾ ਉਹ ਲੈ ਕੇ ਆਉਣ ਦੀ ਲੋੜ ਹੈ। ਇਕੱਲਾ ਭ੍ਰਿਸ਼ਟਾਚਾਰ ਰੋਕ ਕੇ ਸਾਰੇ ਮਸਲੇ ਹੱਲ ਹੋ ਜਾਣਗੇ, ਇਹ ਸੱਚ ਨਹੀਂ ਹੈਗਾ। ਚਾਹੇ ਉਹ ਸੱਤਾ ਤੇ ਕਾਬਜ ਹੋ ਵੀ ਜਾਣ, ਮੈਨੂੰ ਲੱਗਦਾ ਜਿੰਨਾ ਚਿਰ ਉਹ ਆਲਟਰਨੇਟਿਵ ਮਾਡਲ ਨਹੀਂ ਲੈ ਕੇ ਆਉਣਗੇ, ਖਾਸ ਤੌਰ ਤੇ ਆਰਥਿਕ ਮਾਡਲ ਜਿੰਨਾ ਚਿਰ ਉਹ ਆਲਟਰਨੇਟਿਵ ਨਹੀਂ ਲੈ ਕੇ ਆਉਣਗੇ, ਉਹਨਾਂ ਚਿਰ ਲੋਕਾਂ ਦੇ ਮਸਲਿਆਂ ਦਾ ਹੱਲ ਅਸੰਭਵ ਹੈ। ਜੀ ਬਿਲਕੁਲ, ਸ਼ੁਕਰੀਆ ਤਰਸੇਮ ਜੀ, ਗੱਲਬਾਤ ਲਈ ਤੁਹਾਡਾ ਧੰਨਵਾਦ। ਸ਼ੁਕਰੀਆ ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਤਰਸੇਮ ਜੀ। ਗੱਲਬਾਤ ਕੀਤੀ ਪੰਜਾਬ ਦੀ ਸਿਆਸਤ ਤੇ ਗੱਲਬਾਤ ਕੀਤੀ, ਆਰਥਿਕ ਮਾਡਲ ਤੇ ਗੱਲਬਾਤ ਕੀਤੀ, ਐਜੂਕੇਸ਼ਨ ਤੇ ਗੱਲਬਾਤ ਕੀਤੀ, ਸਿਹਤ ਤੇ ਢਾਂਚੇ ਤੇ ਗੱਲਬਾਤ ਕੀਤੀ। ਸਾਰਾ ਪ੍ਰੋਗਰਾਮ ਦੇਖ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿੱਥੇ ਕੁ ਖੜੇ ਹਾਂ, ਸਾਡੀ ਗੱਲਬਾਤ ਕਿੱਥੇ ਗਿਆ, ਅਸੀਂ ਅੱਗੇ ਕਿਉਂ ਨਹੀਂ ਵੱਧ ਪਾਉਂਦੇ। ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮ ਅਸੀਂ ਤਰਸੇਮ ਜੀ ਨਾਲ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਦੇ। ਧੰਨਵਾਦ।